ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਪੰਜਾਬ ਇਸ ਵੇਲੇ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨਦੀਪ ਸਿੰਘ ਲੈ ਕੇ ਹਾਜ਼ਰ ਹਾਂ ਪੰਜਾਬ ਦੀਆਂ ਖਾਸ ਖਬਰਾਂ। ਸਭ ਤੋਂ ਪਹਿਲਾਂ ਸਿੱਧਾ ਰੁਖ ਕਿਸਾਨੀ ਅੰਦੋਲਨ ਦੇ ਵੱਲ ਕਰਾਂਗੇ। ਆਖਿਰਕਾਰ ਕਿਸਾਨ ਜਥੇਬੰਦੀਆਂ ਦੇ ਵੱਲੋਂ ਕੇਂਦਰ ਸਰਕਾਰ ਦੇ ਵੱਲੋਂ ਦਿੱਤੇ ਗਏ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਗਿਆ ਹੈ। ਜੀ ਹਾਂ, लगातार बीते दिन 7 घंटे के करीब संयुक्त किसान मोर्चे की बैठक चली, जिस दरम्यान वक्खो वक्खरियां राय निकल के सामने आईयां ते उस तो बाद जो चर्चावां सी कि किसान जथेबंदियां दे आगूआं ने ट्रालियां दे विच बैठे किसानां तो एक सर्वे करवाया है। उस सर्वे तो बाद जो निकलिया नतीजा, उस नतीजे के उत्ते आखिरी फैसला किसान जथेबंदियां ने लिया है। सो ਇਹਨੂੰ ਜਨ ਰਾਏ ਕਹਿ ਸਕਦੇ ਹਾਂ। ਜੋ ਅੰਦੋਲਨ ਦੇ ਵਿੱਚ ਬੈਠੇ ਆ ਉਹਨਾਂ ਦੀ ਰਾਏ ਨੂੰ ਮੰਨਦੇ ਹੋਏ ਕਿਸਾਨ ਜਥੇਬੰਦੀਆਂ ਦੇ ਵੱਲੋਂ ਕੇਂਦਰ ਸਰਕਾਰ ਦੇ 2 ਸਾਲ ਤੱਕ ਕਾਨੂੰਨ ਰੱਦ ਕਰਨ ਦੇ ਪ੍ਰਸਤਾਵ ਨੂੰ ਰੱਦ ਕਰ ਦਿੱਤਾ। ਉਹਨਾਂ ਦਾ ਕਹਿਣਾ ਹੈ ਕਿ ਸਾਡਾ ਮੁੱਖ ਮਕਸਦ ਸਿਰਫ ਤੇ ਸਿਰਫ ਕਾਨੂੰਨ ਰੱਦ ਕਰਵਾਉਣਾ ਹੈ। ਕੀ ਕੁਝ ਵਾਪਰਿਆ ਤੇ ਕੀ ਕੁਝ ਖਾਸ ਕਿਹਾ ਕਿਸਾਨ ਜਥੇਬੰਦੀਆਂ ਨੇ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਕਿਸਾਨ ਜਥੇਬੰਦੀਆਂ ਦੇ ਅਗਲੇ ਪੈਂਤੜ ਕੀ ਹੋਣਗੇ, ਇਸ ਦੇ ਉੱਤੇ ਐਕਸਪਰਟ ਰਾਏ ਲਵਾਂਗੇ ਤੇ ਚੱਲਦੇ ਹਾਂ ਸਿੱਧਾ सीनियर पत्रकार सुरिंदर डल्ला होना दे कोल। डल्ला साहब, किदां वेख रहे हो जिस तरह प्रस्ताव केंद्र का यह भी रद्द हो गया है, क्योंकि मीटिंग बहुत लंबी चली, 7 तो 8 घंटे के करीब किसान मोर्चे की बैठक चली, भाव के बहुत लंबा समा किसानों को भी सोचना पिया इस प्रस्ताव को रद्द करने बारे। तुसीं किदां वेख रहे हो इहनूं? देखो, बहुत वड्डा फैसला जिहड़ा किसान जथेबंदियां ने गगन लिया और जिवें सरकार ने प्रस्ताव दिता सी कि असीं साल लई 1.5 साल लई या विच गल्लां 2 साल ਦੀਆਂ आ रहीਆਂ ਸੀ, ਅਸੀਂ ਮੁਲਤਵੀ ਕਰ ਦਾਂਗੇ, ਕਾਨੂੰਨ ਸਸਪੈਂਡ ਕਰ ਦਿਆਂਗੇ, ਸੁਪਰੀਮ ਕੋਰਟ 'ਚ ਐਫੀਡੇਵਿਟ ਦੇ ਦਿਆਂਗੇ। ਉਸ ਤੋਂ ਬਾਅਦ ਬਹੁਤ ਵੱਡੀਆਂ ਮੀਟਿੰਗਾਂ ਹੋਈਆਂ ਔਰ ਪਹਿਲਾਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੀਆਂ ਮੀਟਿੰਗਾਂ ਹੋਈਆਂ। ਉਹਦਾ ਫੈਸਲਾ ਤਾਂ ਨਹੀਂ ਦੱਸਿਆ ਗਿਆ, ਪਰ ਸੂਤਰਾਂ ਦੇ ਮੁਤਾਬਕ ਇਹ ਗੱਲ ਬਣੀ ਸੀ ਕਿ ਬਹੁਮਤ ਇਹ ਸੀ ਕਿ ਅਸੀਂ ਆਪਣੀ ਮੰਗ ਤੇ ਬਰਕਰਾਰ ਰਵਾਂਗੇ, ਇਹਨਾਂ ਕਾਨੂੰਨਾਂ ਨੂੰ ਰੱਦ ਕੀਤਾ ਜਾਣਾ ਚਾਹੀਦਾ ਹੈ ਔਰ ਅਸੀਂ ਸਰਕਾਰ ਦਾ ਪ੍ਰਸਤਾਵ ਜਿਹੜਾ ਉਹ ਰੱਦ ਕਰਦੇ ਹਾਂ। ਪਰ ਉਸ ਤੋਂ ਬਾਅਦ ਫਿਰ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਹੋਈ, 6 7 8 ਘੰਟੇ ਮੀਟਿੰਗਾਂ ਦਾ ਦੌਰ ਚੱਲਿਆ ਔਰ ਇਹ ਵੀ ਪਤਾ ਲੱਗਿਆ ਕਿ ਵੱਖਰੀ ਤਰ੍ਹਾਂ ਦੇ ਸਰਵੇਖਣ, ਓਪੀਨੀਅਨ ਕਲੈਕਸ਼ਨ ਕੀਤੇ ਗਏ ਨੇ। ਭਾਵੇਂ ਸਰਕਾਰ ਤੇ ਸਵਾਲ ਖੜੇ ਹੁੰਦੇ ਸੀ ਕਿ ਸਰਕਾਰ ਨੇ ਕਾਨੂੰਨ ਲਾਗੂ ਕਰਨ ਤੋਂ ਪਹਿਲਾਂ ਤੁਰੰਤ ਕੋਈ ਬਹੁਤ ਵੱਡਾ ਓਪੀਨੀਅਨ ਕਲੈਕਸ਼ਨ ਹੈ ਜਿਹੜੀ ਨਹੀਂ ਕੀਤੀ, ਪੋਲੀਟੀਕਲ ਪਾਰਟੀਆਂ ਨਾਲ ਵੀ ਖੁੱਲ੍ਹ ਕੇ ਡਿਸਕਸ਼ਨ ਨਹੀਂ ਹੋਈ, ਆਰਡੀਨੈਂਸ ਲਿਆਉਣ ਤੋਂ ਪਹਿਲਾਂ ਆਲ ਪਾਰਟੀ ਮੀਟਿੰਗ ਨਹੀਂ ਹੋਈ। ਇਸ ਤਰੀਕੇ ਦੇ ਇਲਜ਼ਾਮ ਸਰਕਾਰ ਤੇ ਵੀ ਲੱਗ ਰਹੇ ਸੀ, ਜਿਸ ਤੋਂ ਬਾਅਦ ਸਰਕਾਰ ਸਵਾਲਾਂ 'ਚ ਆਈ। ਪਰ ਕਿਸਾਨ ਜਥੇਬੰਦੀਆਂ ਨੇ, ਸੰਯੁਕਤ ਕਿਸਾਨ ਮੋਰਚੇ ਨੇ ਅੱਜ ਕਈ ਤਰ੍ਹਾਂ ਦੀ ਓਪੀਨੀਅਨ ਕਲੈਕਸ਼ਨ ਕੀਤਾ। ਸਰਵੇਖਣ ਇੱਕ ਤਰੀਕੇ ਨਾਲ ਕਹਿ ਸਕਦੇ ਹਾਂ, ਜ਼ੁਬਾਨੀ ਸਰਵੇਖਣ ਵੀ ਕਹਿ ਸਕਦੇ ਹਾਂ ਇਹਨੂੰ, ਔਰ ਵੱਖ-ਵੱਖ ਤਰੀਕਿਆਂ ਦਾ ਸਰਵੇਖਣ ਕਹਿ ਸਕਦੇ ਹਾਂ। ਟਰਾਲੀਆਂ 'ਚ ਲੋਕ ਗਏ, ਨੁਮਾਇੰਦੇ ਗਏ, ਸਰਵੇਖਣ, ਲੋਕਾਂ ਦੀ ਰਾਏ ਜਾਣੀ ਗਈ ਔਰ ਹਰ ਮੰਚ ਤੋਂ ਲੋਕਾਂ ਤੋਂ ਜਾਣਕਾਰੀ ਸਾਂਝੀ ਕੀਤੀ ਗਈ। 7-8 ਘੰਟੇ ਮੀਟਿੰਗਾਂ ਚੱਲੀਆਂ ਕੱਲ੍ਹ ਰਾਤ ਤੱਕ, ਜਿਸ ਤੋਂ ਬਾਅਦ ਇਹ ਐਲਾਨ ਕਰ ਦਿੱਤਾ ਗਿਆ ਕਿ ਸੰਯੁਕਤ ਮੋਰਚਾ ਸਰਕਾਰ ਦੇ ਪ੍ਰਸਤਾਵ ਨੂੰ ਰੱਦ ਕਰਦਾ ਹੈ ਔਰ ਅਸੀਂ ਕਾਨੂੰਨ ਰੱਦ ਕੀਤੇ ਬਿਨਾਂ ਕਿਸੇ ਮੰਗ ਤੋਂ ਸਹਿਮਤ ਨਹੀਂ ਹੈ। ਅਸੀਂ MSP ਤੇ ਕਾਨੂੰਨ ਵੀ ਬਣਾਉਣ ਦੀ ਮੰਗ ਹੈ ਸਾਡੀ ਬਰਕਰਾਰ ਰਹੂਗੀ। ਦੇਖੋ ਹੁਣ ਗਗਨ, ਅੱਜ ਮੀਟਿੰਗ ਹੈ ਭਾਰਤ ਸਰਕਾਰ ਦੇ ਨਾਲ ਸਾਡੇ ਕਿਸਾਨਾਂ ਦੀ। ਸੋ 2 ਵਜੇ ਮੀਟਿੰਗ ਹੈ। ਅੱਜ ਦੀ ਜਿਹੜੀ ਮੀਟਿੰਗ ਹੈ, ਹੁਣ 12 ਵਜੇ ਅੱਜ ਮੀਟਿੰਗ ਹੈ। ਸੋ ਅੱਜ ਦੀ ਜਿਹੜੀ ਮੀਟਿੰਗ ਹੈ ਉਹ ਕਿਸ ਰੂਪ ਦੇ ਵਿੱਚ ਅੱਗੇ ਵਧੂਗੀ ਇਹ ਦੇਖਣ ਵਾਲੀ ਗੱਲ ਰਹੂਗੀ, ਕਿਉਂਕਿ ਪਿਛਲੀ ਮੀਟਿੰਗ ਤੋਂ ਬਾਅਦ ਇਹ ਉਮੀਦ ਬਣੀ ਸੀ ਕਿ ਥੋੜ੍ਹੀ ਜਿਹੀ ਮਿਠਾਸ ਘੁਲਣ ਲੱਗੀ ਹੈ ਸਰਕਾਰ 'ਚ ਔਰ ਕਿਸਾਨਾਂ ਦੇ ਰਿਸ਼ਤਿਆਂ 'ਚ, ਜਿਹਦੀ ਅਸੀਂ ਹਮੇਸ਼ਾ ਵਕਾਲਤ ਕਰਦੇ ਹਾਂ। ਸਰਕਾਰ ਤੇ ਕਿਸਾਨ ਅੰਗ ਸੰਗ ਇਕੱਠੇ ਹੋਣੇ ਚਾਹੀਦੇ ਨੇ, ਮੁਹੱਬਤ ਹੋਣੀ ਚਾਹੀਦੀ ਹੈ। ਇਹ ਵਕਤੀ ਜਿਹੜਾ ਮਤਭੇਦ ਹੈ, ਇਹ ਮਤਭੇਦ ਵਕਤੀ ਹੈ, ਇਹ ਦੂਰ ਹੋ ਜਾਣਾ ਦੇਰ ਸਵੇਰ, ਇਹ ਵੀ ਨਹੀਂ ਰਹਿਣਾ ਚਾਹੀਦਾ। ਪਰ ਹੁਣ ਕੱਲ੍ਹ ਦੀ ਮੀਟਿੰਗ ਹੈ ਜਿਹੜੀ, ਉਹਦੇ 'ਚ ਹੁਣ ਸਰਕਾਰ ਦਾ ਰੁਖ ਕੀ ਹੋਊਗਾ? ਮੈਨੂੰ ਇਹ ਲੱਗਦਾ ਕਿ ਰਾਤ ਨੂੰ ਕਿਸਾਨਾਂ ਦੇ ਇਸ ਫੈਸਲੇ ਤੋਂ ਬਾਅਦ ਗ੍ਰਹਿ ਮੰਤਰੀ, ਖੇਤੀਬਾੜੀ ਮੰਤਰੀ, ਪਿਊਸ਼ ਗੋਇਲ, ਰੇਲ ਮੰਤਰੀ, ਰਾਜਨਾਥ ਸਿੰਘ ਆਪਸ 'ਚ ਟੈਲੀਫੋਨ ਦੇ ਉੱਤੇ ਇਹਨਾਂ ਸਾਰੇ ਮੰਤਰੀਆਂ ਦੀ ਗੱਲ ਹੋਈ ਹੋਣੀ ਹੈ, ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਾ ਤੱਕ ਵੀ ਇਹ ਜਿਹੜੀ ਸਾਰੀ ਜਾਣਕਾਰੀ ਹੈ ਪਹੁੰਚੀ ਹੋਣੀ ਹੈ। ਹੋ ਸਕਦਾ ਗਗਨ ਅੱਜ 12 ਵਜੇ ਦੀ ਮੀਟਿੰਗ ਤੋਂ ਪਹਿਲਾਂ, ਜਾਂ ਤਾਂ ਸਰਕਾਰ ਚੁੱਪ ਚਪੀਤੇ ਕੋਈ ਬੈਠਕ ਕਰੇਗੀ ਜਾਂ ਸਾਰਵਜਨਿਕ ਬੈਠਕ ਕਰੇਗੀ ਔਰ ਸਰਕਾਰ ਬੈਠਕ ਕਰਕੇ ਅਗਲੀ ਰਣਨੀਤੀ ਜ਼ਰੂਰ ਤਿਆਰ ਕਰੇਗੀ ਕਿ ਅੱਜ 22 ਤਰੀਕ ਨੂੰ ਅਸੀਂ ਹੁਣ ਕਿਸਾਨਾਂ ਅੱਗੇ ਕੀ ਰਸਤਾ ਰੱਖਣਾ ਹੈ, ਕਿਉਂਕਿ ਕਿਸਾਨ ਫਿਰ ਮੀਟਿੰਗ 'ਚ ਜਾਣਗੇ। ਮੀਟਿੰਗ ਤਾਂ ਹੈ 12 ਵਜੇ। ਹੁਣ ਕਿਸਾਨਾਂ ਨੇ ਸਰਕਾਰ ਦਾ ਪ੍ਰਸਤਾਵ ਰੱਦ ਕਰਤਾ, ਹੁਣ ਸਰਕਾਰ ਕੀ ਕਾਨੂੰਨ ਰੱਦ ਕਰਨ ਨੂੰ ਤਿਆਰ ਹੋਊਗੀ ਜਾਂ ਹੁਣ ਸਰਕਾਰ ਕਹੂਗੀ ਵੀ ਸਾਡਾ ਪ੍ਰਸਤਾਵ ਤੁਸੀਂ ਰੱਦ ਕਰਤਾ ਤੇ ਹੁਣ ਅਸੀਂ ਇਸ ਤੋਂ ਵੱਧ ਕੀ ਕਰ ਸਕਦੇ ਹਾਂ, ਜਾਂ ਸਰਕਾਰ ਕਹੂਗੀ ਠੀਕ ਹੈ
ਅਸੀਂ ਜਿੰਨਾ ਸਾਡਾ ਰਹਿੰਦਾ ਕਾਰਜਕਾਲ ਹੈ, ਇਹ ਵੀ ਪ੍ਰਸਤਾਵ ਸਰਕਾਰ ਦੇ ਸਕਦੀ ਹੈ ਕਿ ਜਿੰਨਾ ਮੋਦੀ ਸਰਕਾਰ ਦਾ ਰਹਿੰਦਾ ਕਾਰਜਕਾਲ ਹੈ ਅਸੀਂ ਉਸ ਦਰਮਿਆਨ ਇਹਨਾਂ ਕਾਨੂੰਨਾਂ ਨੂੰ ਲਾਗੂ ਨਹੀਂ ਕਰਾਂਗੇ। ਤਦ ਤੱਕ ਅਸੀਂ ਆਮ ਸਹਿਮਤੀ ਬਣਾਵਾਂਗੇ ਔਰ ਅਸੀਂ ਇਹਨਾਂ ਮੁੱਦਿਆਂ ਤੇ ਫਿਰ ਵੋਟਾਂ 'ਚ ਜਾ ਕੇ ਲੋਕਾਂ ਦੇ ਜਿਹੜੀ ਸਹਿਮਤੀ ਦੇ ਨਾਲ ਜੇ ਅਸੀਂ ਸੱਤਾ ਚਾਹੁੰਦੇ ਹਾਂ ਤਾਂ ਫਿਰ ਅਸੀਂ ਸੋਧੇ ਹੋਏ ਕਾਨੂੰਨ ਲਾਗੂ ਕਰਾਂਗੇ। ਇਹ ਵੀ ਇੱਕ ਫਾਰਮੂਲਾ ਹੋ ਸਕਦਾ ਹੈ। ਇਹ ਸਾਰੀਆਂ ਜਿਹੜੀਆਂ ਸੰਭਾਵਨਾਵਾਂ ਨੇ ਇਹਨਾਂ ਨੂੰ ਰੱਦ ਨਹੀਂ ਕੀਤਾ ਜਾ ਸਕਦਾ। ਬਾਕੀ ਕਿਸਾਨ ਸੰਗਠਨਾਂ ਦਾ ਫੈਸਲਾ ਹੈ। ਸੋ ਕਿਸਾਨ ਸੰਗਠਨਾਂ ਦੇ ਫੈਸਲੇ ਤੋਂ ਬਾਅਦ ਸਰਕਾਰ ਦਾ ਪ੍ਰਤੀਕਰਮ ਵੀ ਮੈਨੂੰ ਲੱਗਦਾ ਅੱਜ ਮੀਟਿੰਗਾਂ ਦੇ ਰੂਪ 'ਚ ਅੱਜ ਦੀ ਮੀਟਿੰਗ ਦੇ ਵਿੱਚ ਜਿਹੜਾ ਉਹ ਨਿਕਲ ਕੇ ਬਾਹਰ ਆਊਗਾ। ਬਹੁਤ ਅੱਜ ਦਾ ਦਿਨ ਵੀ ਬਹੁਤ ਅਹਿਮ ਹੈ ਜਿਹੜਾ ਉਹ ਮੰਨਿਆ ਜਾ ਰਿਹਾ। ਤੇ ਡੱਲਾ ਜੀ ਇੱਕ ਹੋਰ ਸਵਾਲ ਜੋ ਲਗਾਤਾਰ ਚਰਚਾਵਾਂ ਦੇ ਵਿੱਚ ਹੈ, ਕਿਸਾਨ ਪਰੇਡ ਨੂੰ ਲੈ ਕੇ, ਉਸ ਪਰੇਡ ਨੂੰ ਲੈ ਕੇ ਜਿਹੜੀ ਮਨਜ਼ੂਰੀ ਦਿੱਲੀ ਪੁਲਿਸ ਤੋਂ ਵੀ ਮੰਗੀ ਗਈ ਸੀ ਉਹ ਮਨਜ਼ੂਰੀ ਵੀ ਰੱਦ ਕਰ ਦਿੱਤੀ ਗਈ ਹੈ ਤੇ ਕਿਸਾਨ ਹੁਣ ਸਾਫ਼ ਕਰ ਚੁੱਕੇ ਨੇ ਕਿ ਰਿੰਗ ਰੋਡ ਦੇ ਉੱਤੇ ਹੀ ਪ੍ਰਦਰਸ਼ਨ ਹੋਏਗਾ ਤੇ ਪ੍ਰਦਰਸ਼ਨ ਹੋ ਕੇ ਵੀ ਜ਼ਰੂਰ ਰਹੇਗਾ। ਸੋ ਇਸ ਤਰ੍ਹਾਂ ਦੇ ਲਗਾਤਾਰ ਬਿਆਨਾਂ ਨੂੰ ਤੁਸੀਂ ਕਿਸ ਤਰ੍ਹਾਂ ਵੇਖ ਰਹੇ ਹੋ ਕਿ ਹੁਣ ਦਿੱਲੀ ਪੁਲਿਸ ਰੱਦ ਕਰ ਚੁੱਕੀ ਹੈ ਕਿਸਾਨਾਂ ਦੀ ਟਰੈਕਟਰ ਪਰੇਡ ਦੀ ਅਪੀਲ ਨੂੰ? ਜਿਹੜੀ ਤੁਸੀਂ ਕੀਤੀ ਹੈ ਕਿ ਦਿੱਲੀ ਪੁਲਿਸ ਨੇ ਕਹਿ ਦਿੱਤਾ ਹੈ ਕਿ ਅਸੀਂ ਮਨਜ਼ੂਰੀ ਨਹੀਂ ਦੇਣੀ ਟਰੈਕਟਰ ਰੈਲੀ ਨੂੰ, ਟਰੈਕਟਰ ਪਰੇਡ ਨੂੰ ਜਿਹੜੀ ਗਣਤੰਤਰ ਦਿਵਸ ਮੌਕੇ ਕੱਢੀ ਜਾਣੀ ਹੈ। ਸੋ ਦਿੱਲੀ ਪੁਲਿਸ ਨੂੰ ਚਾਹੀਦਾ ਸੀ ਕਿ ਸ਼ਰਤਾਂ ਨਾਲ ਮਨਜ਼ੂਰੀ ਦੇ ਦਿੰਦੀ। ਮਨਜ਼ੂਰੀ ਜ਼ਰੂਰ ਦਿੱਤੀ ਜਾਣੀ ਚਾਹੀਦੀ ਸੀ ਕਿਉਂਕਿ ਸੁਪਰੀਮ ਕੋਰਟ ਨੇ ਤਾਂ ਦਿੱਲੀ ਪੁਲਿਸ ਤੇ ਛੱਡਤਾ ਸੀ। ਹੁਣ ਕਿਸਾਨ ਕਹਿੰਦੇ ਅਸੀਂ ਗਣਤੰਤਰ ਦਿਵਸ ਮੌਕੇ ਟਰੈਕਟਰ ਪਰੇਡ ਕੱਢਣੀ ਹੈ, ਦਿੱਲੀ ਪੁਲਿਸ ਕਹਿੰਦੇ ਅਸੀਂ ਮਨਜ਼ੂਰੀ ਨਹੀਂ ਦਿੰਦੇ। ਸੋ ਰੱਬ ਸੁੱਖ ਰੱਖੇ, ਆਪਸ 'ਚ ਕੋਈ ਟਕਰਾਅ ਜਾਂ ਤਣਾਅ ਦੀ ਸਥਿਤੀ ਨਹੀਂ ਬਣਨੀ ਚਾਹੀਦੀ। ਕਿਸਾਨਾਂ ਨੇ ਪਹਿਲਾਂ ਹੀ ਕਹਿ ਰੱਖਿਆ ਅਸੀਂ ਸ਼ਾਂਤੀਪੂਰਵਕ ਪਰੇਡ ਕਰਾਂਗੇ। ਸੋ ਹੁਣ ਜਿਹੜਾ ਅੱਜ ਦੀ ਜਿਹੜੀ ਮੀਟਿੰਗ ਹੈ ਗਗਨ, ਮੈਨੂੰ ਲੱਗਦਾ ਮੀਟਿੰਗ ਦੇ ਨਤੀਜੇ ਤੋਂ ਬਾਅਦ ਜਿਹੜੀ ਕਿਸਾਨ ਪਰੇਡ ਨੂੰ ਵੀ ਹਾਂ ਨਾ ਦਾ ਫੈਸਲਾ ਹੈ, ਮੈਨੂੰ ਲੱਗਦਾ ਅੱਜ ਦੀ ਮੀਟਿੰਗ ਤੋਂ ਬਾਅਦ ਉਹਦੇ ਉੱਪਰ ਵੀ ਪੁਨਰ ਵਿਚਾਰ ਹੋ ਸਕਦਾ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਪੁਨਰ ਵਿਚਾਰ ਕਰ ਸਕਦੇ ਨੇ, ਸਰਕਾਰ ਨਵੇਂ ਸਿਰੇ ਤੋਂ ਇਹਦੇ ਤੇ ਵਿਚਾਰ ਕਰ ਸਕਦੀ ਹੈ। ਪਰ ਅਜਿਹਾ ਮਾਹੌਲ ਹੋਣਾ ਚਾਹੀਦਾ ਕਿ ਗਣਤੰਤਰ ਦਿਵਸ ਮਿਲ ਜੁਲ ਕੇ ਮਨਾਇਆ ਜਾਵੇ। ਸੋ ਕਿਸੇ ਤਰ੍ਹਾਂ ਦੀ ਵੀ ਜਿਹੜੀ ਨਾ ਪੱਖੀ ਜਿਹੜੀ ਸੋਚ ਹੈ ਉਹ ਨਾ ਉਭਰੇ ਤੇ ਚੰਗੀ ਗੱਲ ਹੈ ਜੀ। ਬਹੁਤ ਬਹੁਤ ਧੰਨਵਾਦ ਇਸ ਖਬਰ ਦੇ ਉੱਤੇ ਵਿਸਥਾਰ ਦੇ ਨਾਲ ਚਰਚਾ ਕਰਨ ਦੇ ਲਈ। ਜੋ ਪ੍ਰਸਤਾਵ ਕਿਸਾਨਾਂ ਦੇ ਵੱਲੋਂ ਬੀਤੀ ਰਾਤ ਲੰਬੀ ਮੀਟਿੰਗ ਤੋਂ ਬਾਅਦ ਰੱਦ ਕੀਤੇ ਗਏ ਨੇ, ਉਹਨਾਂ ਪ੍ਰਸਤਾਵਾਂ ਦੇ ਉੱਤੇ ਸਿਆਸੀ ਬਿਆਨ ਵੀ ਬਹੁਤ ਨੇ। ਉਸ ਦੇ ਉੱਤੇ ਕਾਂਗਰਸ ਦਾ ਵੱਖਰਾ ਸਟੈਂਡ ਹੈ, ਆਮ ਆਦਮੀ ਪਾਰਟੀ ਦਾ ਵੱਖਰਾ, ਅਤੇ ਸਾਰੀਆਂ ਸਿਆਸੀ ਧਿਰਾਂ ਵੀ ਹੁਣ ਭਾਜਪਾ ਨੂੰ ਘੇਰਨ ਦੀ ਕੋਸ਼ਿਸ਼ ਦੇ ਵਿੱਚ ਨੇ। ਇਸ ਦੇ ਵਿੱਚ ਕਾਂਗਰਸ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ ਆ। ਕੀ ਕੁਝ ਸੁਨੀਲ ਜਾਖੜ ਨੇ ਕਿਹਾ ਉਹ ਸੁਣਦੇ ਹਾਂ। ਇਸ ਕਾਨੂੰਨ ਨੂੰ ਖਾਰਜ ਕਰਕੇ 3 ਸਾਲ ਤਾਈਂ ਬੰਦ ਕਰ ਦੇਣ ਵੀ ਜਦੋਂ 2024 'ਚ ਵੋਟਾਂ ਪੈਣਗੀਆਂ ਉਦੋਂ ਅਸੀਂ ਕਵਾਂਗੇ ਵੀ ਅਸੀਂ ਸ਼ਾਹੂਕਾਰਾਂ ਤੋਂ ਖੇਤੀਆਂ ਕਰਾਉਣੀਆਂ ਤੇ ਆ ਜਿਹੜੇ ਅਨਪੜ੍ਹ ਕਿਸਾਨ ਹੈ ਪੰਜਾਬ ਵਾਲੇ ਇਹਨਾਂ ਨੂੰ ਮਜ਼ਦੂਰ ਬਣਾ ਕੇ ਰੱਖਾਂਗੇ, ਇਹ ਤੇ ਵੋਟਾਂ ਮੰਗ ਲੈਣ। ਆਹ ਤਾਂ ਕੋਝਾ ਮਜ਼ਾਕ ਹੈ। ਸਿਰਫ ਤੇ ਸਿਰਫ ਜਿਹੜਾ 1 ਸਾਲ ਦੀ ਗੱਲ ਕਰੀ ਜਾਂਦੇ ਆ, ਪੰਜਾਬ ਦੇ ਵਰਕਰਾਂ ਨੂੰ ਪੰਜਾਬ 'ਚ ਵੜਨ ਲਾਇਕ ਕਰਨ ਦੀ ਕੁਝ ਹੀ ਕੋਸ਼ਿਸ਼ ਹੈ, ਘਟੀਆ ਰਾਜਨੀਤੀ ਹੈ। ਕਿਉਂਕਿ ਅੱਜ ਦੇ ਦਿਨ ਨਾ ਤਾਂ ਪਿੰਡਾਂ ਦੇ ਲੋਕ ਨਾ ਸ਼ਹਿਰਾਂ ਦੇ ਲੋਕ ਬੀਜੇਪੀ ਲੀਡਰ ਤੇ ਵਰਕਰਾਂ ਨੂੰ ਮੂੰਹ ਲਾਉਣ ਨੂੰ ਤਿਆਰ ਨਹੀਂ। ਜਦੋਂ ਤਾਂ ਨੀਅਤ ਸਾਫ਼ ਨਹੀਂ ਹੁੰਦੀ ਸਾਹਿਬ, ਜਿਹੜੀ ਮੋਦੀ ਸਾਹਿਬ ਦੀ ਸਰਕਾਰ ਸੁਪਰੀਮ ਕੋਰਟ 'ਚ ਝੂਠ ਬੋਲ ਕੇ ਆਈ ਹੈ 15 ਦਿਨ ਪਹਿਲਾਂ, ਜਦੋਂ ਸੁਪਰੀਮ ਕੋर्ट ने पूछा सी भी क्या इन कानूनों को लागू होने से रोका जा सकता है, उदों मोदी साहब के इन्होंने वकील ने कहा सी भी नहीं रोका जा सकता, सरकार कह रही है। अज सरकार कह रही है रोक देने। किहड़ी सरकार पर यकीन करिए? कहते ना जिस तरह देते हैं भगवान को धोखा, इंसान को क्या छोड़ेंगे। ਜਿਹੜੇ ਸੁਪਰੀਮ ਕੋਰਟ ਨੂੰ ਧੋਖਾ ਦੇਈ ਜਾਂਦੇ, ਝੂਠ ਬੋਲੀ ਜਾਂਦੇ, ਕਿਸਾਨਾਂ ਨੂੰ ਤਾਂ ਬੇਵਕੂਫ ਬਣਾਉਣ ਦਾ ਕੁਝ ਪ੍ਰਯਾਸ ਹੈ। ਉਧਰ 26 ਜਨਵਰੀ ਨੂੰ ਕਿਸਾਨ ਜਥੇਬੰਦੀਆਂ ਦੇ ਐਲਾਨ ਦੇ ਮੁਤਾਬਿਕ ਕਿਸਾਨਾਂ ਦੇ ਵੱਲੋਂ ਦਿੱਲੀ ਦੇ ਰਿੰਗ ਰੋਡ ਦੇ ਉੱਤੇ ਟਰੈਕਟਰ ਪਰੇਡ ਕੀਤੀ ਜਾਣੀ ਹੈ, ਜਿਸ ਪਰੇਡ ਦੇ ਵਿੱਚ ਲੱਖਾਂ ਦੀ ਗਿਣਤੀ ਦੇ ਵਿੱਚ ਟਰੈਕਟਰ ਸ਼ਾਮਲ ਹੋਣ ਦੀ ਗੱਲ ਕਿਸਾਨ ਜਥੇਬੰਦੀਆਂ ਪਹਿਲਾਂ ਹੀ ਸਾਫ਼ ਕਰ ਚੁੱਕੀਆਂ ਨੇ। ਇਸੇ ਦੇ ਚੱਲਦਿਆਂ ਪੂਰੇ ਮੁਲਕ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਇਸ ਟਰੈਕਟਰ ਪਰੇਡ ਦੀਆਂ ਰਿਹਰਸਲ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ। ਪਹਿਲਾਂ ਪੰਜਾਬ ਦੇ ਕੁਝ ਹਿੱਸਿਆਂ ਦੀਆਂ ਤਸਵੀਰਾਂ ਵਿਖਾਉਂਦੇ ਹਾਂ, ਜਿੱਥੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਇਸ ਟਰੈਕਟਰ ਪਰੇਡ ਦੀ ਤਿਆਰੀ ਕੀਤੀ ਗਈ ਹੈ, ਤੇ ਉਸ ਤੋਂ ਬਾਅਦ ਤਸਵੀਰਾਂ ਯੂਪੀ ਦੀਆਂ ਵੀ ਵਿਖਾਵਾਂਗੇ। ਉੱਤਰ ਪ੍ਰਦੇਸ਼ ਦੇ ਵਿੱਚ ਵੀ ਕਿਸਾਨੀ ਸੰਘਰਸ਼ ਦਾ ਬੋਲਬਾਲਾ ਪੂਰੇ ਸਿਖਰਾਂ ਦੇ ਉੱਤੇ ਆ। ਉੱਥੇ ਵੀ ਟਰੈਕਟਰਾਂ ਦੇ ਉੱਤੇ ਦੇਸ਼ ਦੇ ਤਿਰੰਗੇ ਝੰਡੇ ਲਗਾ ਕੇ ਟਰੈਕਟਰ ਪਰੇਡ ਦੀ ਰਿਹਰਸਲ ਕੀਤੀ ਗਈ ਹੈ। ਤੇ ਹੁਣ ਤਸਵੀਰਾਂ ਤੁਹਾਨੂੰ ਯੂਪੀ ਦੀਆਂ ਵਿਖਾ ਰਹੇ ਹਾਂ। ਇਹ ਤਸਵੀਰਾਂ ਸਾਰੀਆਂ ਉੱਤਰ ਪ੍ਰਦੇਸ਼ ਦੀਆਂ ਨੇ, ਜਿੱਥੇ ਉੱਤਰ ਪ੍ਰਦੇਸ਼ ਦੇ ਵਿੱਚ ਟਰੈਕਟਰਾਂ ਦੇ ਉੱਤੇ ਦੇਸ਼ ਦਾ ਤਿਰੰਗਾ ਝੰਡਾ ਲਾ ਕੇ ਕਿਸਾਨਾਂ ਦੇ ਵੱਲੋਂ ਟਰੈਕਟਰ ਪਰੇਡ ਦੀ ਰਿਹਰਸਲ ਕੀਤੀ ਜਾ ਰਹੀ ਹੈ। ਲਗਾਤਾਰ ਇਹ ਚਰਚਾਵਾਂ ਸੀ ਕਿ ਕਿਸਾਨੀ ਅੰਦੋਲਨ ਸਿਰਫ ਪੰਜਾਬ ਜਾਂ ਹਰਿਆਣੇ ਦੇ ਵਿੱਚ ਹੈ, ਪਰ ਜਦੋਂ ਅਜਿਹੀਆਂ ਤਸਵੀਰਾਂ ਉੱਤਰ ਪ੍ਰਦੇਸ਼ ਦੇ ਵਿੱਚੋਂ ਸਾਹਮਣੇ ਆ ਰਹੀਆਂ ਨੇ ਤਾਂ ਭਾਵ ਹੈ ਕਿ ਲਗਾਤਾਰ ਕਿਸਾਨੀ ਅੰਦੋਲਨ ਦਾ ਪ੍ਰਭਾਵ ਪੂਰੇ ਮੁਲਕ ਦੇ ਵਿੱਚ ਹੈ, ਜਿਸ ਦੇ ਪ੍ਰਭਾਵ ਹੇਠ ਜੇਕਰ ਵੇਖਿਆ ਜਾਵੇ ਤਾਂ ਆਉਣ ਵਾਲੀ 26 ਤਰੀਕ ਦੀ ਕਿਸਾਨ ਪਰੇਡ ਬਹੁਤ ਵੱਡੀ ਟਰੈਕਟਰ ਰੈਲੀ ਦੇ ਰੂਪ ਦੇ ਵਿੱਚ ਬਦਲ ਸਕਦੀ ਹੈ।
ਉਧਰ ਕਿਸਾਨੀ ਅੰਦੋਲਨ ਨੂੰ ਲੈ ਕੇ ਅਕਾਲੀ ਦਲ ਡੈਮੋਕ੍ਰੈਟਿਕ ਦੇ ਆਗੂ ਪਰਮਿੰਦਰ ਸਿੰਘ ਢੀਂਡਸਾ ਦੇ ਵੱਲੋਂ ਵੀ ਟਿੱਪਣੀ ਕੀਤੀ ਗਈ ਹੈ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਲਗਾਤਾਰ ਚਿੰਤਾ ਹੈ ਕਿ ਇਸ ਕਿਸਾਨੀ ਸੰਘਰਸ਼ ਨੂੰ ਜੋ ਤਾਰ-ਪੀਟੂ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਉਹ ਸਫਲ ਨਾ ਹੋ ਜਾਣ। ਸਰਕਾਰ ਦੀ ਨੀਅਤ 'ਚ ਹੀ ਕਮੀ ਹੈ, ਉਹਦਾ ਦਾ ਸਿਰਫ ਨਿਸ਼ਾਨਾ ਮੈਨੂੰ ਜੋ ਜਾਪ ਰਿਹਾ ਵੀ ਸਿਰਫ ਸਮਾਂ ਟਪਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਉਹਨਾਂ ਦੀ ਇੱਕ ਸੋਚ ਹੈ ਵੀ ਜਿਵੇਂ ਬਾਕੀ ਹੁਣ ਤੱਕ ਲੋਕ ਆਉਂਦੇ ਆ ਵੀ ਆਪਣੇ ਆਪ ਥੱਕ ਕੇ ਵਾਪਸ ਮੁੜ ਜਾਣ, ਪਰ ਉਹਨੂੰ ਸਮਝ ਨਹੀਂ ਆਉਂਦੀ ਵੀ ਪੰਜਾਬ ਦੇ ਲੋਕ ਤੇ ਜਿਹੜਾ ਕਿਸਾਨ ਹੈ ਖਾਸ ਤੌਰ ਤੇ ਉਹ ਐ ਦਬਣ ਵਾਲਾ ਨਹੀਂ ਹੈ, ਉਹ ਐ ਥੱਕਣ ਵਾਲਾ ਨਹੀਂ ਹੈ। ਉਹ ਤਾਂ ਸਾਰੇ ਕਹਿ ਚੁੱਕੇ ਨੇ, ਭਾਵੇਂ ਸਾਨੂੰ ਕਹਿੰਦੇ ਸਾਲ ਬਹਿਣਾ ਪੈ ਜੇ ਅਸੀਂ ਬੈਠਾਂਗੇ। ਸੋ ਸਰਕਾਰ ਨੂੰ ਭੁਲੇਖਾ ਕੱਢ ਦੇਣਾ ਚਾਹੀਦਾ ਹੈ, ਉਹ ਜਿਹੜਾ ਇਹਨੂੰ ਗੰਭੀਰਤਾ ਨਾਲ ਲੈਣ ਤੇ ਜਿਹੜੀ ਮੀਟਿੰਗ ਕਰਦੇ ਆ ਉਹ 'ਚ ਕੋਈ ਸਿੱਟਾ ਕੱਢਣ। ਇਹ ਨਹੀਂ ਵੀ ਸਿਰਫ ਉਹਨਾਂ ਨੂੰ ਬੁਲਾ ਕੇ ਗੱਲ ਸੁਣ ਕੇ ਉਹੀ ਗੱਲਾਂ ਦੁਬਾਰੇ ਹੋ ਰਹੀਆਂ ਨੇ। ਉਧਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਦੇ ਵੱਲੋਂ ਵੀ ਭਾਜਪਾ ਦੇ ਉੱਤੇ ਟਿੱਪਣੀ ਕੀਤੀ ਗਈ ਹੈ ਤੇ ਉਹਨਾਂ ਨੇ ਸਿੱਧਾ ਹੀ ਭਾਜਪਾ ਦੀ ਨੀਤੀ ਦੇ ਉੱਤੇ ਹੀ ਸਵਾਲ ਚੁੱਕ ਦਿੱਤੇ ਨੇ। ਉਹਨਾਂ ਦਾ ਕਹਿਣਾ ਹੈ ਕਿ ਕਿਸਾਨ ਲਗਾਤਾਰ ਅੰਦੋਲਨ ਕਰ ਰਹੇ ਨੇ ਤੇ ਭਾਜਪਾ ਇਸ ਮਸਲੇ ਨੂੰ ਹੱਲ ਕਰਨ ਤੋਂ ਪਾਸਾ ਕਿਉਂ ਵੱਟ ਰਹੀ ਹੈ। ਕਿਸਾਨਾਂ ਵੱਲੋਂ ਡੇ 1 ਤੋਂ ਇੱਕੋ ਪ੍ਰਪੋਜ਼ਲ ਆ ਕਿ ਖੇਤੀ ਸੰਬੰਧੀ ਬਣਾਏ ਕਾਨੂੰਨ ਰੱਦ ਕੀਤੇ ਜਾਣ, ਉਹਨਾਂ 'ਚ ਕੋਈ ਸੋਧ ਜਾਂ ਗੇੜੇ ਮੇੜੇ ਨਾ ਪਾਏ ਜਾਣ। ਸੋ ਮੈਂ ਸਮਝਦਾ ਕਿ ਚੰਗੀ ਗੱਲ ਹੋਏਗੀ ਕਿ ਸਰਕਾਰ ਕਿਸਾਨਾਂ ਦੀ ਪ੍ਰਪੋਜ਼ਲ ਮੰਨ ਲੇ, ਆਪਣੀਆਂ ਬਾਰ-ਬਾਰ ਪ੍ਰਪੋਜ਼ਲਾਂ ਦੇਣ ਦੀ ਥਾਂ ਤੇ ਇਹ ਲਮਕਾਉਣ ਦੀ ਲਟਕਾਉਣ ਦੀ ਜਿਹੜੀ ਨੀਤੀ ਆ ਇਹ ਕਿਸੇ ਤਰ੍ਹਾਂ ਸਰਕਾਰ ਦੀ ਨੀਤ ਤੇ ਸ਼ੱਕ ਖੜੇ ਕਰਦੀ ਆ। ਤੇ ਜਦੋਂ ਕਿ ਸਰਕਾਰ ਨੂੰ ਐਸੇ ਹਾਲਾਤਾਂ ਵਿੱਚ ਮਾਹੌਲ ਠੀਕ ਕਰਨ ਲਈ ਮਤਲਬ ਇਹ ਜਿਹੜਾ ਸਮੱਸਿਆ ਇਹਦਾ ਨਿਪਟਾਰਾ ਕਰ ਦੇਣਾ ਚਾਹੀਦਾ। ਜਿਹੜੇ ਕਾਨੂੰਨਾਂ ਨੂੰ ਭਾਰਤੀ ਸਰਵਉੱਚ ਅਦਾਲਤ ਲਾਗੂ ਕਰਨ ਤੇ ਰੋਕ ਲਾ ਬੈਠੀ, ਜਿਹੜੇ ਕਾਨੂੰਨਾਂ ਦੇ ਵਿੱਚ ਨੁਕਸ ਨੂੰ ਕ੍ਰਿਸ਼ੀ ਮੰਤਰੀ ਜੀ ਮੀਡੀਆ ਦੇ ਸਾਹਮਣੇ ਆਪ ਮੰਨ ਚੁੱਕੇ, ਉਹਨਾਂ ਕਾਨੂੰਨਾਂ ਨੂੰ ਰੱਦ ਕਰਨ ਤੋਂ ਕੀ ਹਿਚਕਿਚਾਹਟ ਆ, ਇਹ ਜਵਾਬ ਅਜੇ ਤੱਕ ਕੇਂਦਰ ਸਰਕਾਰ ਦੇ ਨਹੀਂ ਸਕੀ ਤੇ ਨਾ ਉਹਨਾਂ ਕੋਲ ਕੋਈ ਜਵਾਬ ਹੈ। ਪੰਜਾਬ ਦੇ ਵਿੱਚ 14 ਫਰਵਰੀ ਨੂੰ ਹੋਣ ਵਾਲੀਆਂ ਨਗਰ ਨਿਗਮ ਅਤੇ ਨਗਰ ਕੌਂਸਲ ਦੀਆਂ ਚੋਣਾਂ ਨੂੰ ਲੈ ਕੇ ਸਿਆਸੀ ਮੈਦਾਨ ਦੇ ਵਿੱਚ ਪਾਰਾ ਹੁਣ ਸਿਖਰਾਂ ਦੇ ਉੱਤੇ ਹੈ। ਇਸ ਨੂੰ ਲੈ ਕੇ ਵੱਖ-ਵੱਖ ਸਿਆਸੀ ਆਗੂਆਂ ਦੇ ਬਿਆਨ ਆਉਣੇ ਸ਼ੁਰੂ ਹੋ ਚੁੱਕੇ ਨੇ ਤੇ ਸਾਰੀਆਂ ਧਿਰਾਂ ਨੇ ਆਪੋ ਆਪਣੇ ਪੱਧਰ ਦੇ ਉੱਤੇ ਇੱਕ ਦੂਜੇ ਦੇ ਉੱਤੇ ਸਿਆਸੀ ਇਲਜ਼ਾਮਾਂ ਦੀ ਵੀ ਝੜੀ ਲਾ ਦਿੱਤੀ ਹੈ, ਜਿਸ ਦੇ ਚੱਲਦਿਆਂ ਅਕਾਲੀ ਦਲ ਦੇ ਸੀਨੀਅਰ ਆਗੂ ਦਲਜੀਤ ਸਿੰਘ ਚੀਮਾ ਦੇ ਵੱਲੋਂ ਚੋਣਾਂ ਨੂੰ ਲੈ ਕੇ ਖਦਸ਼ਾ ਜਤਾਇਆ ਗਿਆ ਹੈ। ਦੇਖੋ ਖਦਸ਼ੇ ਸੱਚੇ ਹੈ ਕਿਉਂਕਿ ਪੁਰਾਣਾ ਟਰੈਕ ਰਿਕਾਰਡ ਜਿਹੜਾ ਪੰਜਾਬ ਸਰਕਾਰ ਦਾ ਚੋਣਾਂ ਕਰਾਉਣ ਦਾ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਦਾ ਚੰਗਾ ਨਹੀਂ ਹੈ। ਬੜੀ ਵੱਡੀ ਪੱਧਰ ਤੇ ਬੂਥਾਂ ਤੇ ਕਬਜ਼ੇ ਹੁੰਦੇ ਰਹੇ ਆ, ਬਹੁਤ ਵੱਡੀ ਪੱਧਰ ਦੇ ਉੱਤੇ ਲੋਕਾਂ ਨੂੰ ਡਰਾਇਆ ਧਮਕਾਇਆ ਜਾਂਦਾ ਰਿਹਾ, ਨੋਮੀਨੇਸ਼ਨ ਰੱਦ ਹੁੰਦੇ ਰਹੇ ਆ। ਇਸ ਕਰਕੇ ਜਿੱਦਾਂ ਦਾ ਤੁਹਾਡਾ ਟਰੈਕ ਰਿਕਾਰਡ ਹੋਵੇ ਉਸੇ ਤਰ੍ਹਾਂ ਦੇ ਖਦਸ਼ੇ ਉਹਨਾਂ ਦੇ ਕੁਦਰਤੀ ਆ। ਅਸੀਂ ਕਮਿਸ਼ਨ ਦੇ ਕੋਲ ਗਏ ਸੀ, ਇਹ ਗੱਲ ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਇਹ ਕਿਸੇ ਵੀ ਤਰੀਕੇ ਵਾਜਬ ਨਹੀਂ ਹੈ। ਹਮੇਸ਼ਾ ਜਿਹੜੀਆਂ ਸਥਾਨਕ ਚੋਣਾਂ ਦੇ ਵਿੱਚ ਉੱਥੇ ਹੀ ਕਾਊਂਟਿੰਗ ਹੋ ਜਾਂਦੀ ਹੈ, ਉਹਦੇ ਨਾਲ ਟਰਾਂਸਪੇਰੈਂਸੀ ਸਿਸਟਮ ਦੀ ਪਾਰਦਰਸ਼ਤਾ ਬਣੀ ਰਹਿੰਦੀ ਹੈ ਕਿਉਂਕਿ ਪੋਲਿੰਗ ਏਜੰਟ ਸਾਰੀਆਂ ਪਾਰਟੀਆਂ ਦੇ ਵਿੱਚ ਹੁੰਦੇ ਆ, ਬਾਹਰ ਪਿੰਡ ਦੀ ਜਨਤਾ ਹੁੰਦੀ ਆ, ਵਾਰਡ ਦੀ ਜਨਤਾ ਹੁੰਦੀ ਆ। ਉਹਦੇ ਸਾਹਮਣੇ ਜਦੋਂ ਵੋਟਾਂ ਪੈ ਕੇ ਤੇ ਹਿਸਾਬ ਕਿਤਾਬ ਖੁੱਲ੍ਹ ਜਾਂਦਾ ਤਾਂ ਲੋਕਾਂ ਨੂੰ ਲੱਗਦਾ ਕਿ ਜੋ ਫੈਸਲਾ ਹੋਇਆ ਸਹੀ ਹੋਇਆ। ਇੱਕ ਤਾਂ ਇਹ ਕਿ ਫੈਸਲਾ ਹੋਣਾ ਚਾਹੀਦਾ, ਇੱਕ ਇਹ ਕਿ ਲੋਕਾਂ ਦਾ ਵਿਸ਼ਵਾਸ ਵੀ ਹੋਣਾ ਚਾਹੀਦਾ ਕਿ ਫੈਸਲਾ ਸਹੀ ਹੋਇਆ। ਜੇ ਲੋਕਾਂ ਨੂੰ ਇਹ ਲੱਗੇ ਕਿ ਹੇਰਾਫੇਰੀ ਹੋਈ ਆ ਤੇ ਇਹ ਜ਼ਬਰਦਸਤੀ ਹੋਈ ਆ ਤੇ ਫਿਰ ਉਸ ਫੈਸਲੇ ਦੇ ਨਾਲ ਸਮਾਜ ਦੇ ਵਿੱਚ ਬੇਚੈਨੀ ਫੈਲਦੀ ਹੈ, ਅਨਰੈਸਟ ਹੁੰਦੀ ਹੈ, ਲਾਅ ਐਂਡ ਆਰਡਰ ਦੀ ਪ੍ਰੋਬਲਮ ਖੜੀ ਹੁੰਦੀ ਹੈ। ਇਸ ਕਰਕੇ ਬਹੁਤ ਅੱਛਾ ਤਰੀਕਾ ਸੀ ਜਦੋਂ ਕਮਿਸ਼ਨ ਕੋਲੇ ਕੋਈ ਸਾਧਨ ਹੀ ਨਹੀਂ ਹੈਗੇ, ਅਸੀਂ ਕੋਈ ਮੰਗ ਕਰਦੇ ਹਾਂ ਸਟੇਟ ਇਲੈਕਸ਼ਨ ਕਮਿਸ਼ਨ ਤੋਂ ਤਾਂ ਉਹਦੇ ਹੱਥ ਖੜੇ ਹੁੰਦੇ ਆ ਕਿ ਸਾਡੇ ਕੋਲ ਕੋਈ ਫੰਡ ਨਹੀਂ ਹੈਗੇ। ਅਸੀਂ ਵੀਡੀਓਗ੍ਰਾਫੀ ਦੀ ਮੰਗ ਕਰਦੇ ਹਾਂ, ਕਹਿੰਦੇ ਸਾਡੇ ਕੋਲ ਕੋਈ ਫੰਡ ਨਹੀਂ ਹੈਗੇ। ਅਸੀਂ ਕਿਸੇ ਹੋਰ ਗੱਲ ਦੀ ਮੰਗ ਕਰਦੇ ਹਾਂ ਤਾਂ ਕਹਿੰਦੇ ਸਾਡੇ ਕੋਲ ਫੰਡ ਨਹੀਂ ਹੈਗੇ। ਤੇ ਫਿਰ ਤੁਸੀਂ ਆਹ ਨਵਾਂ ਰੱਟਾ ਕਾਹਨੂੰ ਪਾਈ ਜਾਂਦੇ ਹੋ? 3 ਦਿਨ ਦਾ ਹੋਰ ਵਧਾਇਆ। ਅਸੀਂ ਤਾਂ ਪੂਰੀ ਬੇਨਤੀ ਕੀਤੀ ਉਹਨਾਂ ਨੂੰ ਕਿ ਇਹਨੂੰ ਨਾ ਕਰੋ, ਮੌਕੇ 'ਤੇ ਰਿਜ਼ਲਟ ਆਉਣ ਦਿਓ, ਜਨਤਾ ਨੂੰ ਫੈਸਲਾ ਕਰਨ ਦਿਓ, ਜਾ ਕੇ ਧੱਕੇਸ਼ਾਹੀਆਂ ਨਾਲ ਬੇਇਨਸਾਫੀਆਂ ਨਾਲ ਫੈਸਲੇ ਨਾ ਹੋਣ। ਪਰ ਹੁਣ ਉਹਨਾਂ ਨੇ ਕੀਤਾ ਤਾਂ ਉਹਨਾਂ ਦੀ ਡਿਊਟੀ ਵੀ ਬਣਦੀ ਹੈ ਕਿਉਂਕਿ ਜੇ ਇਹ ਇੱਥੇ ਕੋਈ ਗੜਬੜ ਹੋਣ ਦੀ ਕੋਸ਼ਿਸ਼ ਕੀਤੀ ਤਾਂ ਅਸੀਂ ਮੂੰਹ ਤੋੜ ਜਵਾਬ ਦੇਵਾਂਗੇ। ਕੁਝ ਸਮਾਂ ਪਹਿਲਾਂ ਬਾਲੀਵੁੱਡ ਦੇ ਵਿੱਚੋਂ ਇੱਕ ਫਿਲਮ ਆਈ ਸੀ ਜਿਸ ਫਿਲਮ ਦੇ ਵਿੱਚ ਇੱਕ ਅਦਾਕਾਰ ਨੂੰ ਇੱਕ ਦਿਨ ਦਾ ਮੁੱਖ ਮੰਤਰੀ ਬਣਾਇਆ ਜਾਂਦਾ ਹੈ। ਅਜਿਹਾ ਹੀ ਕੁਝ ਹੁਣ ਅਸਲੀਅਤ ਦੇ ਵਿੱਚ ਵੀ ਹੁੰਦਾ ਨਜ਼ਰ ਆ ਰਿਹਾ। ਜੀ ਹਾਂ, ਉੱਤਰਾਖੰਡ ਨੂੰ ਹੁਣ ਇੱਕ ਦਿਨ ਦੀ ਨਵੀਂ ਮੁੱਖ ਮੰਤਰੀ ਮਿਲਣ ਜਾ ਰਹੀ ਹੈ। ਇਸ ਮੁੱਖ ਮੰਤਰੀ ਦਾ ਨਾਮ ਹੈ ਸ੍ਰਿਸ਼ਟੀ ਗੋਸਵਾਮੀ। ਜੀ ਹਾਂ, ਸ੍ਰਿਸ਼ਟੀ ਹੁਣ ਇੱਕ ਦਿਨ ਦੀ ਮੁੱਖ ਮੰਤਰੀ ਉੱਤਰਾਖੰਡ ਦੇ ਵਿੱਚ ਬਣੇਗੀ। ਦੱਸ ਦਈਏ ਕਿ ਸ੍ਰਿਸ਼ਟੀ 24 ਜਨਵਰੀ ਨੂੰ ਉੱਤਰਾਖੰਡ ਦੀ ਮੁੱਖ ਮੰਤਰੀ ਰਹਿਣਗੇ। ਉਸ ਦਿਨ ਬਾਲਿਕਾ ਦਿਵਸ ਉੱਤਰਾਖੰਡ ਦੇ ਵਿੱਚ ਮਨਾਇਆ ਜਾਣਾ ਹੈ, ਜਿਸ ਨੂੰ ਲੈ ਕੇ ਉੱਥੋਂ ਦੇ ਮੁੱਖ ਮੰਤਰੀ त्रिवेंद्र सिंह रावत के वलों ये मौका दिता गया। स्वामी जिला हरिद्वार। मैं उत्तराखंड बाल विधानसभा की मुख्यमंत्री हूं, जिसका गठन प्लान इंडिया, राज्य बाल संरक्षण आयोग व श्री भुवनेश्वरी महिला आश्रम द्वारा किया गया है।
मुझे बहुत खुशी है कि मुझे एक दिन के लिए राज्य का मुख्यमंत्री बनने का अवसर बालिका दिवस पर मिला है। मैं इसके लिए उत्तराखंड के मुख्यमंत्री श्री त्रिवेंद्र सिंह रावत जी का हृदय से आभार प्रकट करती हूँ। इस दिन विभिन्न विभाग मेरे सामने अपने कार्यों का प्रस्तुतिकरण करेंगे, जिसके बाद मैं उन्हें अपने सुझाव दूंगी। खासकर बालिकाओं की सुरक्षा से जुड़े हुए सुझाव मैं उनको दूंगी। धन्यवाद। देश या पूरा राज्य भी इसका जो है एक उदाहरण है और वो इससे प्रेरणा ले, और इसमें मैं उत्तराखंड सरकार का भी बहुत बड़ा आभारी हूँ कि उन्होंने मेरे बच्चे को इस लायक समझा। सर बहुत गर्व फील हो रहा है। बेटियां सब कुछ कर सकती हैं, बस उनका खुल के साथ दीजिए, उन्हें सपोर्ट कीजिए। बेटियां किसी से कम नहीं है। और इस दिन के लिए, इस अचीवमेंट के लिए सरकार का भी बहुत बहुत धन्यवाद। उन्होंने हमारी बेटी को इस लायक समझा। प्लीज़ किसी के भी कहने में ना आए, अपनी बेटियों को खुल के साथ दें। वो सब कुछ कर सकती हैं, उनके लिए कोई रास्ता बंद नहीं है। सब कुछ मुकाम हासिल कर सकती हैं, बस आपका साथ चाहिए उन्हें। ਪੰਜਾਬ ਇਸ ਵੇਲੇ ਦੇ ਵਿੱਚ ਫਿਲਹਾਲ ਦੇ ਲਈ ਇੰਨਾ ਹੀ। ਫਿਰ ਮੁੜ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ਾ ਅਪਡੇਟਸ ਦੇ ਨਾਲ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਬਹੁਤ ਬਹੁਤ ਧੰਨਵਾਦ।